बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को एक नई वीडियो के साथ आपके अपने चैनल फार्मिंग टिप्स में खुशामदीद। दोस्तों, इस वक्त मैं आबद अली साहब के ज़बरदस्त को फार्म पर मौजूद हूँ। माशाल्लाह ज़्यादातर कोज़ हैं, इसके अलावा कुछ भैंसे भी मौजूद हैं। तो आज की इस वीडियो में को फार्मिंग के मतलब मुफीद और अहम मालूमात हासिल की जाएंगी। ये जानवरों को किस तरह खरीदते हैं, कौन सी खूबियों को देखकर एक जानवर खरीदा जा सकता है, इनको रोज़ाना क्या खिलाते पिलाते हैं, इनकी रोज़ाना की रूटीन। इसके अलावा अगर जानवरों को बीमारियां आ जाएं तो उनके देसी इलाज और टोटका जात के हवाले से आगाही ली जाएगी। इसके अलावा अखराजात और मुनाफा के हवाले से तफसीली इंटरव्यू किया जाएगा। वीडियो को मुकम्मल लाजमी देखें, इंशाअल्लाह अज़्ज़ वजल फ़ायदा ज़रूर होगा। आबद अली साहब पहले सऊदी अरब में काम करते थे और अभी ये पाकिस्तान में एक छोटा सा डेयरी फार्म चला रहे हैं। तो ये वीडियो बहुत अहम और मालूमाती होने वाली है। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। भाई जन की हाल है? ठीक है, शुक्र है अल्लाह दा। ए भाई की ना है ਤੁਹਾਡਾ? ਆਬਦ ਹਸੈਨ ਗੁੱਜਰ। माशाल्लाह। आबद भाई ਤੁਸੀਂ ਕਿੰਨੇ ਸਾਲ ਤੋਂ ਗਾਵਾਂ ਦਾ ਕੰਮ ਕਰਦੇ ਹੋ ਪਏ? ਅਸੀਂ ਸ਼ੁਰੂ ਤੋਂ ਹੀ ਆਹੀ ਕੰਮ ਕਰਨੇ। ਮਾਸ਼ਾਅੱਲਾ। ਤੁਸੀਂ ਕਿੰਨੀਆਂ ਗਾਵਾਂ ਰੱਖੀਆਂ ਨੇ? ਅਸੀਂ ਤਕਰੀਬਨ 18-20 ਹੈ ਹੀ ਨੇ। ਇਹ ਸਿਰਫ ਗਾਵਾਂ ਨੇ ਕਿ ਮੱਝਾਂ ਵੀ ਨੇ? ਮੱਝਾਂ ਵੀ 2-4 ਹਨ ਵਿੱਚ। ਜ਼ਿਆਦਾ ਗਾਵਾਂ ਨੇ? ਗਾਵਾਂ ਹੀ ਨੇ। ਠੀਕ ਹੈ। ਕੁਝ ਲੋਕ ਮੱਝਾਂ ਰੱਖਦੇ ਨੇ, ਹਾਂਜੀ। ਤੁਸੀਂ ਗਾਵਾਂ ਰੱਖੀਆਂ ਨੇ। ਸ਼ੌਕ ਹੈ ਸਾਡਾ। ਠੀਕ ਹੈ। ਜ਼ਿਆਦਾ ਫਾਇਦਾ ਮੱਝਾਂ ਵਿੱਚ ਹੁੰਦਾ ਹੈ ਕਿ ਗਾਵਾਂ 'ਚ ਹੁੰਦਾ ਹੈ? ਇਹ ਚੱਲ ਜਾਣ ਦੀ ਗੱਲ ਹੈ, ਕਈਆਂ ਨੂੰ ਮੱਝਾਂ 'ਚ ਫਾਇਦਾ, ਕਈਆਂ ਨੂੰ ਗਾਵਾਂ 'ਚ। ਸਾਨੂੰ ਉਂਝ ਵੀ ਗਾਈਆਂ ਦਾ ਸ਼ੌਕ ਹੈ। ਠੀਕ ਹੈ। ਤੇ ਜਿਹੜਾ ਗਾਈਆਂ ਦਾ ਦੁੱਧ ਹੈ ਆਸਾਨੀ ਨਾਲ ਸੇਲ ਹੋ ਜਾਂਦਾ ਜੀ? ਉਹ ਵੀ ਜਾਂਦਾ ਵਿੱਚ, ਨਹੀਂ ਵੀ ਅਸੀਂ ਬਾਹਰ ਬੱਚੇ ਪਾਲਨੇ ਆ। ਠੀਕ ਹੈ। ਯਾਨੀ ਤੁਸੀਂ ਦੁੱਧ ਦਾ ਲਾਲਚ ਨਹੀਂ ਕਰਦੇ? ਨਾ, ਦੁੱਧ ਦਾ ਲਾਲਚ ਕੋਈ ਨਹੀਂ। ਫਰੋਖਤ ਹੋਏ ਜਾਂ ਨਾ ਹੋਏ, ਤੁਸੀਂ ਇਹਨਾਂ ਦੇ ਬੱਚਿਆਂ ਤੇ ਤਰਜੀਹ ਦਿੰਦੇ ਹੋ? ਹਾਂਜੀ, ਬੱਚੀਆਂ ਬੱਚੇ ਪਾਲ ਲੈਂਦੇ ਆ। ਠੀਕ ਹੈ। ਤੇ ਬੱਚੀਆਂ ਬੱਚੇ ਪਾਲ ਕੇ ਆਪਣੇ ਕੰਮ ਵਿੱਚ ਇਜ਼ਾਫਾ ਕਰਦੇ ਹੋ ਕਿ ਫਿਰ ਜਦੋਂ ਜਵਾਨ ਹੁੰਦੇ ਨੇ ਉਹਨਾਂ ਨੂੰ ਫਰੋਖਤ ਕਰਦੇ ਹੋ? ਜ਼ਰੂਰਤ ਪਏ ਤੇ ਫਰੋਖਤ ਵੀ ਕਰ ਲਈਦਾ। ਠੀਕ ਹੈ। ਇਹ ਦੱਸਿਓ ਕਿ ਜਿਹੜੀ ਗਾਂ ਦੀ ਬੱਚੀ ਏ ਉਹ ਕਿੰਨੇ ਸਾਲ ਦੀ ਉਮਰ 'ਚ ਸੂਣ ਦੇ ਕਾਬਲ ਹੋ ਜਾਂਦੀ ਹੈ? ਉਹ ਪਰਵਰਿਸ਼ ਦੇ ਹਿਸਾਬ ਨਾਲ ਹੈ। ਠੀਕ ਹੈ। ਸਾਲ 'ਚ ਵੀ ਹੋ ਜਾਂਦੀ ਹੈ, 2 'ਚ ਵੀ ਹੋ ਜਾਂਦੀ ਹੈ। ਠੀਕ ਹੈ। ਮਾਸ਼ਾਅੱਲਾ। ਵੀਡੀਓ ਤੋਂ ਪਹਿਲੇ ਤੁਸੀਂ ਇੱਕ ਬੱਚੀ ਦੇ ਬਾਰੇ 'ਚ ਕੋਈ ਦੱਸ ਦਿਓ ਪਏ ਕਿ ਸਾਲ ਤੋਂ ਹੀ ਕੰਮ ਏ ਤੇ ਉਹ ਸੂਣ ਦੇ ਕਾਬਲ ਹੋ ਗਈ ਏ, ਉਹਦੀ ਕਿੰਨੀ ਉਮਰ ਦੱਸੀ ਜੇ? ਉਮਰ ਉਹਦੀ ਸਾਲ ਦੇ ਅੱਗੇ ਪਿੱਛੇ ਹੀ ਹੈ। ਦੁੱਧ ਪਿਲਾਇਆ ਹੋਏ ਤੇ ਉਹ ਜਲਦੀ ਜਵਾਨ ਹੋ ਜਾਂਦਾ। ਠੀਕ ਹੈ। ਤੁਹਾਡਾ ਇਹ ਕਹਿਣ ਦਾ ਮਕਸਦ ਇਹ ਹੋਇਆ ਕਿ ਅਗਰ ਜਾਨਵਰ ਦੀ ਸੇਵਾ ਚੰਗੀ ਕੀਤੀ ਜਾਏ ਤੇ ਉਹ ਜਲਦੀ ਸੂਣ ਦੇ ਕਾਬਲ ਹੋ ਜਾਂਦਾ, ਤਿਆਰ ਜਲਦੀ ਹੋ ਜਾਂਦਾ। ਜ਼ਬਰਦਸਤ ਹੋ ਗਿਆ। ਤੁਹਾਡੇ ਕੋਲ ਜਿਹੜੀਆਂ ਗਾਵਾਂ ਨੇ ਇਹ ਕਿਹੜੀ ਨਸਲ ਦੀਆਂ ਨੇ? ਇਹ ਕ੍ਰਾਸ ਨੇ, ਫਰੀਜ਼ਨ, ਸਾਈਵਾਲ, ਆਸਟ੍ਰੇਲੀਅਨ। 2-3 ਨਸਲਾਂ ਦੀਆਂ ਨੇ? ਕ੍ਰਾਸ ਨੇ ਨਾ, ਜਿਸ ਤਰ੍ਹਾਂ ਦਾ ਟੀਕਾ ਲਵਾ ਲਓ। ਠੀਕ ਹੈ। ਤੁਸੀਂ ਟੀਕੇ ਲਗਵਾਉਂਦੇ ਹੋ? ਹਾਂਜੀ। ਠੀਕ ਹੋ ਗਿਆ। ਤੇ ਆ ਜਾਨਵਰ ਕਿਹੜੀ ਜਗ੍ਹਾ ਤੋਂ ਖਰੀਦੇ? ਹਜੇ ਮੰਡੀ ਚੋਂ ਜਾਂ ਘਰਾਂ ਚੋਂ ਜਾ ਕੇ? ਕੁਝ ਮੰਡੀ ਚੋਂ ਖਰੀਦੇ ਨੇ, ਕੋਈ ਘਰ ਦੇ ਨੇ ਸਾਡੇ। ਠੀਕ ਹੈ। ਅੱਛਾ, ਇਹ ਦੱਸਿਓ ਕਿ ਗਾਈਆਂ ਨੂੰ ਗਰਮੀ ਦਾ ਜਿਹੜਾ ਨਾ ਕਿ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ। ਤਾਰਾ ਮੀਰਾ ਦੇਣਾ ਚਾਹੀਦਾ, ਗਾਈਆਂ ਠੀਕ ਹੋ ਜਾਂਦੀਆਂ ਨੇ। ਠੰਡੀਆਂ ਚੀਜ਼ਾਂ, ਵੇਸਣ ਵਗੈਰਾ, ਮੱਖਣ ਸ਼ੱਖਣ ਦਿਓ ਗਾਈ ਜਦੋਂ ਸੌਣ ਵਾਲੀ ਹੋਏ। ਅੱਛਾ। ਆਮ ਰੂਟੀਨ 'ਚ ਵੀ ਕੋਈ ਦਿੰਦੇ ਹੋ ਕਿ ਇਹ ਗਰਮੀ ਦੇ ਮੌਸਮ 'ਚ ਜ਼ਿਆਦਾ ਗਰਮੀ ਮਹਿਸੂਸ ਨਾ ਕਰਨ? ਗੰਡੇ ਛੰਡੇ, ਮਿਰਚ ਮਸਾਲਾ ਦੇਈਦਾ। ਹੁਣ ਗਰਮੀਆਂ ਨੇ, ਹੁਣ ਵੇਸਣ ਭਲਾਈਦਾ। ਠੀਕ ਹੈ। ਅੱਛਾ ਭਾਈ, ਇਹ ਦੱਸਿਓ ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸਣੀ ਹੈ, ਖੁਰਾਕ ਦੇ ਮੁਤਲਕ, ਇਸ ਤੋਂ ਇਲਾਵਾ ਚਵਾਈ ਦੇ ਮੁਤਲਕ ਵੀ ਦੱਸੋ। ਸਵੇਰੇ ਤੂੜੀ ਪਾਈ ਦੀ ਹੈ, ਨਾਲ ਕੋ ਵੰਡਾ ਮਾੜਾ ਮੋਟਾ ਪਾਈ ਦਾ। ਸ਼ਾਮ ਨੂੰ ਪੱਠੇ ਪਾਈ ਦੇ ਨੇ, ਚਰੀ, ਘਾਹ, ਜਿਸ ਤਰ੍ਹਾਂ ਮੌਸਮ ਦੇ ਹਿਸਾਬ ਨਾਲ ਪੱਠਾ ਹੋਏ। ਠੀਕ ਹੈ। ਰੋਜ਼ਾਨਾ ਦਾ ਇੱਕ ਜਾਨਵਰ ਕਿੰਨਾ ਸਬਜ਼ ਚਾਰਾ ਖਾਈ ਜਾਂਦਾ? ਕਦੇ ਇੱਕ ਰੇੜਾ ਲਿਆਈਦਾ, ਉਂਝ ਕਦੇ ਤਜਰਬਾ ਨਹੀਂ ਕੀਤਾ। ਠੀਕ ਹੈ। ਇੱਕ ਰੇੜਾ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਕਿੰਨੇ ਮਰਲੇ ਚੋਂ ਇੱਕ ਰੇੜਾ ਨਿਕਲਦਾ? 6-7 ਮਰਲੇ ਜਗ੍ਹਾ ਵੱਢਣੇ। ਠੀਕ ਹੈ। ਚਰੀ ਹੁੰਦੀ ਮਕਈ ਹੈ? ਚਰੀ। ਠੀਕ ਹੈ। 6-7 ਮਰਲੇ। ਟੋਟਲ ਕਿੰਨੇ ਜਾਨਵਰ ਦੱਸੇ ਹਜੇ? 20-25 ਹੈ। 20-25 ਜਾਨਵਰਾਂ ਵਾਸਤੇ 6-7 ਮਰਲੇ ਕਾਫੀ ਹੁੰਦਾ? ਹਾਂਜੀ। ਸਵੇਰ ਤੂੜੀ ਭਾਲੀ ਦੀ ਹੈ ਨਾ, ਕੋਈ 2 ਮਣ ਤੂੜੀ ਪਾਈ ਦੀ। ਠੀਕ ਹੈ। ਇਸ ਤੋਂ ਇਲਾਵਾ ਵੰਡਾ ਵੀ ਖਿਲਾ ਰਹੇ ਹੋ? ਹਾਂ, ਵੰਡਾ ਵੀ। ਵੰਡਾ ਕਿੰਨਾ ਖਿਲਾਉਂਦੇ ਹੋ? ਵੰਡਾ ਕਦੇ ਅੰਦਾਜ਼ਨ ਕੋ ਡੰਗਰ ਨੂੰ 200 300 ਸਿਰ ਆ ਜੀ। ਠੀਕ ਹੈ। ਇੱਕ ਟਾਈਮ ਦਿੰਦੇ ਹੋ, 2 ਟਾਈਮ ਦਿੰਦੇ ਹੋ? सुबह के टाइम या शाम के टाइम? सुबह के टाइम। ठीक हो गया। अच्छा भाई, ये बड़ा अहम सवाल पूछन लगा। तुसी माशाअल्लाह जानवरों को सब्ज़ चारा, वंडा, इस तो इलावा तूड़ी वगैरह खिलाते हो। रोजाना का एक जानवर ते कितना खर्चा आ जाता है? यार नहीं कदे एवरेज कड्डी। अच्छा, एवरेज नहीं कड्डी। ठीक है। वैसे आ काम में फायदा है कि नुकसान है? फायदा ही तां ही रखे ने, नुकसान होए तो कोई भी नहीं रखता। ठीक हो गया। ये तुहाड़ियां किन्नियां गाइयां इस टाइम दुध दे रही ने? मेरा ख्याल
5-6 ਢਿੱਲੀਆਂ ਹੀ ਨੇ। 5-6 ਟੋਟਲ ਕਿੰਨੀਆਂ ਨੇ? ਟੋਟਲ ਵੱਡੀਆਂ ਗਾਈਆਂ ਦੇ ਕੋਈ 10-12 ਨੇ ਤੇ ਕੋਈ ਜਾ ਪਾ ਕੇ ਡੰਗਰ 20-25 ਬਣ ਜਾਂਦੇ ਨੇ। ਠੀਕ ਹੈ, 10-12 ਚੋਂ 5 ਗਾਈਆਂ ਦੁੱਧ ਦੇ ਰਹੀਆਂ ਨੇ। ਹਾਂਜੀ। 5 ਗਾਈਆਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ ਹੈ? ਦੁੱਧ ਹੋ ਹੀ ਜਾਂਦਾ 25-30 ਸਿਰ। 25-30 ਸਿਰ? ਹਾਂਜੀ। ਇਹ ਇੱਕ ਟਾਈਮ ਦਾ 2 ਟਾਈਮਾਂ ਦਾ? ਇੱਕ ਟਾਈਮ ਦਾ। ਇਹ ਯਾਨੀ 2 ਟਾਈਮਾਂ ਦਾ 60 ਕਿਲੋ? 50 ਕਿਲੋ ਦੁੱਧ ਹੋ ਜਾਂਦਾ ਦੋਨੋਂ ਟਾਈਮਾਂ ਦਾ। ਠੀਕ ਹੈ, ਯਾਨੀ ਐਵਰੇਜ ਇੱਕ ਗਾਂ ਅੱਜ ਕੱਲ 10 ਕਿਲੋ ਦੁੱਧ ਦੇ ਰਹੀ ਹੈ। 10 ਕਿਲੋ ਦੀ ਐਵਰੇਜ। ਕੀ ਵਜ੍ਹਾ ਅੱਜ ਕੱਲ ਘਟ ਕਿਉਂ ਹੈ? ਗਰਮੀ ਬਹੁਤ ਜ਼ਿਆਦਾ ਨਾ। ਠੀਕ ਹੈ, ਅਗਰ ਮੌਸਮ ਠੀਕ ਹੋਏ ਫਿਰ ਐਵਰੇਜ ਜ਼ਿਆਦਾ ਹੋ ਜਾਂਦੀ। ਬਾਕੀ ਜੋ ਤੁਹਾਂ ਪਾਣਾ ਉਹ ਹੀ ਲੈਣਾ। ਅੱਛਾ ਭਾਈ, ਤੁਹਾਡੀ ਜਿਹੜੀ ਸਭ ਤੋਂ ਚੰਗੀ ਨਸਲ ਦੀ ਗਾਂ ਵੇ, ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਗਾਂ ਇਸ ਟਾਈਮ ਕਿੰਨਾ ਦੁੱਧ ਦੇ ਰਹੀ ਹੈ? ਯਾਰ ਇਸ ਟਾਈਮ ਕੋਈ ਹਿਸਾਬ ਨਹੀਂ ਦੁੱਧ ਦਾ, ਗਰਮੀ ਬਹੁਤ ਜ਼ਿਆਦਾ ਹੈ। ਅੱਛਾ। ਕੋਈ ਕਿਹਾ ਨਹੀਂ ਜਾ ਸਕਦਾ, ਕਿਸੇ ਦਿਨ ਗਰਮੀ ਜ਼ਿਆਦਾ ਹੁੰਦੀ, ਘਟ ਜਾਂਦੀਆਂ ਨੇ, ਵੱਧ ਜਾਂਦੀਆਂ। ਬਹਰਹਾਲ 10 ਦੇ ਅੱਗੇ ਪਿੱਛੇ ਗਾਈਆਂ ਦੁੱਧ ਦੇਈ ਜਾਂਦੀਆਂ ਨੇ। ਠੀਕ ਹੋ ਗਿਆ। ਤੇ 24-25 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ? 3 ਜਣੇ। 3 ਜਣੇ? ਖੁਦ ਹੀ ਹੋ ਕਿ ਕੋਈ ਮੁਲਾਜ਼ਮ ਵੀ ਹੈ? ਨਹੀਂ, ਮੁਲਾਜ਼ਮ ਕੋਈ ਨਹੀਂ, ਖੁਦ ਹੀ ਸਾਹਮਣੇ। ਠੀਕ ਹੈ, 3 ਬੰਦੇ ਕਾਫੀ ਨੇ। ਹਾਂਜੀ। ਠੀਕ ਹੋ ਗਿਆ। ਇਹ ਭਾਈ ਜਾਨਵਰਾਂ ਨੂੰ ਕੋਈ ਬਿਮਾਰੀ ਵਗੈਰਾ ਵੀ ਹੁੰਦੀ ਜੇ? ਆਂਦੀ। ਕਿ ਕਿਹੜੀ ਬਿਮਾਰੀ ਹੁੰਦੀ ਜ਼ਿਆਦਾਤਰ? ਕਈ ਬੁਖਾਰ ਵੀ ਹੋ ਜਾਂਦਾ ਹੈ, ਮੋਕਰ ਆ ਜਾਂਦਾ ਹੈ, ਉਂਝ ਕਿਸੇ ਜਾਨਵਰ ਨੂੰ ਕੋਈ ਥਣ ਖਰਾਬ ਹੋ ਗਿਆ। ਠੀਕ ਹੈ। 100 ਪ੍ਰੋਬਲਮ ਬੰਦੇ ਵਾਲੇ ਸਿਸਟਮ ਹੈ ਨਾ, ਜਿਸ ਤਰ੍ਹਾਂ ਬਿਮਾਰੀਆਂ ਆ ਜਾਂਦੀਆਂ, ਜ਼ੁਕਾਮ ਲੱਗ ਗਿਆ, ਨਜ਼ਲਾ ਲੱਗ ਗਿਆ। ਜੀ। ਡੰਗਰਾਂ ਦਾ ਵੀ ਇਹੀ ਸਿਸਟਮ ਹੈ। ਸਹੀ ਹੈ ਜੀ ਗੱਲ ਹੈ। ਤੇ ਬੁਖਾਰ ਦਾ ਕੋਈ ਦੇਸੀ ਇਲਾਜ ਕਰਦੇ ਹੋ ਕਿ ਟੀਕਾ ਲਗਵਾਉਂਦੇ ਹੋ? ਦੇਸੀ ਵੀ ਕਰੀਦਾ ਤੇ ਉਹ ਟੀਕਾ ਡਾਕਟਰ ਬੁਲਾ ਲਈਦਾ। ਠੀਕ ਹੈ। ਦੇਸੀ ਇਲਾਜ ਕੀ ਇਹਦਾ? ਦੇਸੀ ਇਲਾਜ ਆ ਹੀ ਟੂਣੇ ਛੂਣੇ ਨਾ, ਕਦੇ ਕੋਈ ਮਸਾਲਾ ਦੇ ਲਿਆ, ਜਵੈਣ ਦੇ ਲਈ, ਸੌਂਫ ਦੇ ਲਈ। ਠੀਕ ਹੈ। ਠੀਕ ਹੋ ਗਿਆ, ਗੰਡੇ ਛੰਡੇ ਦੇ ਗਏ ਨੇ ਤੇ ਡਾਕਟਰ ਬੁਲਾ ਲਿਆ। ਠੀਕ ਹੈ। ਗਾਈਆਂ ਨੂੰ ਕਹਿੰਦੇ ਨੇ ਚਿੱਚੜ ਪੈ ਜਾਂਦੇ ਨੇ। ਆਹ ਤੇ ਚਿਚੜਾਂ ਦੀ ਵੀ ਦਵਾਈ ਮਲੀ ਦੀ। ਇਹ ਟੀਕਾ ਲਗਵਾਉਂਦੇ ਹੋ ਕਿ ਦਵਾਈ ਮਲਦੇ ਹੋ? ਕਦੇ ਟੀਕਾ ਲਵਾ ਲਈਦਾ, ਕਦੇ ਦਵਾਈ ਮਲ ਲਈਦੀ। ਟੀਕਾ ਲਗਵਾਉਣਾ ਬਿਹਤਰ ਹੈ ਜਾਂ ਕਿ ਦਵਾਈ ਮਲਣਾ ਬਿਹਤਰ ਹੈ? ਦੋਏ ਚੀਜ਼ਾਂ ਹੀ ਨਹੀਂ ਬਿਹਤਰ। ਅੱਛਾ। ਤੇ ਫਿਰ ਚਿਚੜਾਂ ਦਾ ਕਿੰਜ ਹੱਲ ਕੀਤਾ ਜਾਏ? ਹੱਲ ਤੇ ਫਿਰ ਕੱਢਣਾ ਹੀ। ਠੀਕ ਹੈ। ਟੀਕਾ ਵੀ ਨੁਕਸਾਨ ਦਿੰਦਾ, ਦਵਾਈ ਵੀ ਨੁਕਸਾਨ। ਜ਼ਿਆਦਾ ਨੁਕਸਾਨ ਟੀਕੇ ਦਾ ਜਾਂ ਦਵਾਈ ਮਲਣ ਦਾ? ਦੋਨਾਂ ਦਾ ਹੀ ਨੁਕਸਾਨ ਹੈ। ਜ਼ਿਆਦਾ ਕਿਹਦਾ ਹੈ? ਜ਼ਿਆਦਾ ਟੀਕੇ ਦਾ ਜ਼ਿਆਦਾ ਹੀ। ਉਹ ਜ਼ਿਆਦਾ ਅਸਰ ਕਰਦਾ ਉਹਦੇ ਜਾਨਵਰ ਦੇ ਸਾਈਡ ਇਫੈਕਟ ਹੁੰਦਾ ਹੈ? ਜਲਦੀ ਝੜ ਜਾਂਦੇ ਨੇ, ਮਰ ਜਾਂਦੇ ਨੇ। ਤੇ ਉਹ ਜ਼ਿਆਦਾ ਹੀ ਤੇਜ਼ ਮਰ ਜਾਂਦੇ ਨੇ। ਠੀਕ ਹੋ ਗਿਆ। ਤੁਸੀਂ ਨਾਲ ਕੋਈ 2-3 ਮੱਝਾਂ ਵੀ ਰੱਖੀਆਂ ਨੇ। ਗਾਵਾਂ ਦੀ ਵਜ੍ਹਾ ਤੋਂ ਮੱਝਾਂ ਨੂੰ ਵੀ ਚਿੱਚੜ ਪਾਈ ਜਾਂਦੇ ਨੇ? ਨਹੀਂ, ਉਹਨਾਂ ਨੂੰ ਨਹੀਂ ਕਰਦੇ। ਅੱਛਾ ਭਾਈ, ਤੁਹਾਡਾ ਜਿਹੜਾ ਫਾਰਮ ਹੈ ਟੋਟਲ ਕਿੰਨੇ ਏਰੀਏ ਵਿੱਚ? 1.5 ਕਨਾਲ। 1.5 ਕਨਾਲ ਹੈ। ਇਹ ਜਿਹੜਾ ਸ਼ੈੱਡ ਹੈ ਜਿਸ ਦੇ ਅੰਦਰ ਅਸੀਂ ਮੌਜੂਦ ਆ, ਇਹ ਕਿੰਨਾ ਏਰੀਆ ਹੈ? ਇਹ ਵੀ 10 ਮਰਲੇ ਹੋਣ। 8-10 ਮਰਲੇ ਵਿੱਚ ਕਿੰਨੇ ਜਾਨਵਰ ਆ ਜਾਂਦੇ ਨੇ? ਜਾਨਵਰ ਸਾਰੇ ਇੱਥੇ ਹੀ ਆਉਂਦੇ ਨੇ, ਹੋਰ ਵੀ ਆ ਜਾਂਦੇ ਨੇ 5-4। ਠੀਕ ਹੈ, ਯਾਨੀ 30-35 ਆ ਜਾਂਦੇ ਨੇ। ਹਾਂ। ਠੀਕ ਹੈ। ਤੇ ਜਿਹੜਾ ਤੁਹਾਡਾ ਸ਼ੈੱਡ ਹੈ, ਤੁਸੀਂ ਗਾਰਡਰ ਤੇ ਟੀਆਂ ਇਸਤੇਮਾਲ ਕੀਤੀਆਂ ਨੇ, ਤੇ ਉਤੋਂ ਦੀ ਛੱਤ ਕੱਚੀ ਹੈ ਪੱਕੀ ਹੈ? ਕੱਚੀ। ਕੱਚੀ ਹੈ। ਸ਼ੈੱਡ ਕੱਚਾ ਹੋਣਾ ਚਾਹੀਦਾ ਜਾਂ ਪੱਕਾ ਹੋਣਾ ਚਾਹੀਦਾ? ਕੱਚਾ ਸਹੀ ਰਹਿੰਦਾ, ਪੱਕਾ ਤਾਂ ਪਤਾ ਜ਼ਿਆਦਾ। ਠੀਕ ਹੈ, ਯਾਨੀ ਕਿ ਗਰਮੀ ਵਿੱਚ ਕੱਚੇ ਸ਼ੈੱਡ ਦੀ ਵਜ੍ਹਾ ਤੋਂ ਅੰਦਰ ਦਾ ਮਾਹੌਲ ਇਹ ਨਾਰਮਲ ਹੁੰਦਾ, ਗਰਮ ਨਹੀਂ ਹੁੰਦਾ। ਤੇ ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਕੋਈ ਮਸਲਾ ਤਾਂ ਨਹੀਂ ਹੁੰਦਾ? ਨਹੀਂ, ਕੋਈ ਮਸਲਾ। ਅੱਛਾ। ਮਿੱਟੀ ਪਾਈ ਤੇ ਲਪਾਈ ਕੀਤੀ। ਠੀਕ ਹੋ ਗਿਆ। ਤੇ ਭਾਈ ਜਿਹੜੇ ਤੁਹਾਡੇ ਛੋਟੇ ਜਾਨਵਰ ਨੇ, ਬੱਚੇ ਨੇ, ਕਟੀਆਂ ਕਟੇ, ਉਹ ਛੋਟੀ ਉਮਰ 'ਚ ਸੇਲ ਕਰਦੇ ਹੋ ਜਾਂ ਜਵਾਨ ਕਰਦੇ ਹੋ? ਨਹੀਂ, ਅਸੀਂ ਕਰਦੇ ਹੀ ਨਹੀਂ ਸੇਲ, ਕਿਤੇ ਜ਼ਰੂਰਤ ਪਏ ਤੇ ਫੇਰ ਕਰੀਦੇ। ਅੱਛਾ ਭਾਈ, ਤੁਸੀਂ 5 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਨੇ? ਪੱਠੇ ਕੋਈ 3-4 ਕਿੱਲੇ ਆਪਣੇ ਬੀਜੇ, ਕੁਝ ਮੁੱਲ ਲੈ ਕੇ ਪਾਈਦੇ ਨੇ। ਅੱਛਾ, 3-4 ਕਿੱਲੇ ਆਪਣੇ ਨੇ। ਮੁੱਲ ਕਿੰਨੇ ਲੈਂਦੇ ਹੋ? ਮੁੱਲ ਵੀ ਜਿਸ ਤਰ੍ਹਾਂ ਹੁਣ ਪੱਠੇ ਹੁਣ ਕੋਈ ਮੌਕੇ ਨੇ ਫੇਰ ਲੈ ਲੈਣੇ ਨੇ, ਕੋਈ ਫੇਰ ਮੌਕੇ ਨੇ ਫੇਰ ਲੈ ਲੈਣੇ ਨੇ। ਮੌਸਮ ਦੇ ਪੱਠੇ ਜਿਹੜੇ ਲੱਭੀ ਜਾਣ, ਪਾਣੇ ਤੇ ਹੈ ਹੀ ਨੇ। ਸਹੀ ਹੈ। ਭੁੱਖੇ ਤੇ ਰੱਖਣੇ ਨਹੀਂ, ਬਿਮਾਰ ਰੱਖਿਆ, ਭੁੱਖਾ ਥੋੜਾ ਰੱਖਣਾ। ਸਹੀ ਹੋ ਗਿਆ। ਅੱਛਾ ਭਾਈ, ਇਹ ਦੱਸਿਓ, ਜਾਨਵਰ ਮੰਡੀ 'ਚੋਂ ਖਰੀਦਣਾ ਬਿਹਤਰ ਹੁੰਦਾ ਹੈ ਜਾਂ ਕਿ ਘਰਾਂ 'ਚ ਜਾ ਕੇ ਲੈਣਾ ਬਿਹਤਰ ਹੈ? ਆਪਣੀ ਪਾਰਾਖਰ ਦੀ ਗੱਲ ਹੈ, ਜਿੱਥੋਂ ਕਿਸੇ ਨੂੰ ਪਸੰਦ ਆਏ ਉੱਥੋਂ ਕਿਸੇ ਲੈ ਲੈਣਾ। ਠੀਕ ਹੈ। ਮੰਡੀ ਨੂੰ ਜੇ ਜਾਂ ਘਰਾਂ 'ਚੋਂ ਲੈ ਲੈ। ਮੰਡੀ ਵਿੱਚ ਕਹਿੰਦੇ ਨੇ ਕਿ ਫਰਾਡ ਬੜਾ ਹੁੰਦਾ ਹੈ। ਇਹ ਦੁਨੀਆ ਫਰਾਡ, ਬੰਦਾ ਆਪਣੀ ਸਹੀ ਹੋਣਾ ਚਾਹੀਦਾ, ਫਰਾਡ ਹੁੰਦਾ ਹੀ ਨਹੀਂ। ਠੀਕ ਹੈ। ਬੰਦਾ ਸਹੀ ਹੋਏ ਤੇ ਉਹਨੂੰ ਫਰਾਡ ਲੱਗ ਨਹੀਂ ਸਕਦਾ। ਜੇ ਆਪ ਬੰਦਾ ਫਰਾਡ ਲਾਏ ਤੇ ਫਿਰ ਉਹਨੂੰ ਵੀ ਲੱਗ ਜਾਂਦਾ ਹੈ। ਉਹਨੂੰ ਵੀ ਲੱਗ ਜਾਂਦਾ। ਇਹਦਾ ਮਤਲਬ ਹੈ ਕਿ ਅਗਰ ਬੰਦੇ ਦੀ ਨੀਅਤ ਆਪਣੀ ਸਾਫ਼ ਹੈ ਤੇ ਉਹਨੂੰ ਫਰਾਡ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਠੀਕ ਹੋ ਗਿਆ। ਆਪ ਆਪਣੇ ਆਪ ਨੂੰ ਬੰਦਾ ਸਹੀ ਕਰੇ ਤੇ ਸਭ ਕੁਝ ਸਹੀ ਹੋ ਜਾਂਦਾ ਜੀ। ਅੱਛਾ ਭਾਈ, ਅਗਰ ਕੋਈ ਬੰਦਾ ਜਾਨਵਰਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਹਾਂਜੀ, ਤੁਹਾਡੇ ਖਿਆਲ ਨਾਲ ਉਹ ਗਾਵਾਂ ਰੱਖੇ, ਮੱਝਾਂ ਰੱਖੇ ਜਾਂ ਕਿ ਗਾਵਾਂ ਤੇ ਮੱਝਾਂ ਇਕੱਠੀਆਂ ਰੱਖੇ? ਉਹਦੇ ਤੇ ਡਿਪੈਂਡ ਹੈ, ਜਿਸ ਤਰ੍ਹਾਂ ਕਿਸੇ ਦੀ ਮਰਜ਼ੀ ਹੋਣੀ, ਕਿਸੇ ਦੇ ਕਹਿਣ ਤੇ ਕੁਝ ਵੀ ਨਹੀਂ। ਜੀ, ਉਹ ਤੇ ਗੱਲ ਹੈ ਵੀ ਵੈਸੇ ਤੁਸੀਂ ਮਾਸ਼ਾਅੱਲਾ ਇਹ ਕੰਮ ਕਰਦੇ ਹੋ, ਵੀ ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਸਾਨੂੰ ਗਾਵਾਂ ਦਾ ਸ਼ੌਕ ਹੈ, ਕਈਆਂ ਨੂੰ ਮੱਝਾਂ ਦਾ, ਜ਼ਿਆਦਾ ਲੋਕਾਂ ਨੂੰ ਮੱਝਾਂ ਦਾ ਸ਼ੌਕ ਹੈ। ਠੀਕ ਹੈ। ਗਾਵਾਂ ਦਾ ਘੱਟ ਲੋਕਾਂ ਨੂੰ ਸ਼ੌਕ। ਸਹੀ ਹੋ ਗਿਆ। ਆਪੋ ਆਪਣੇ ਸ਼ੌਕ ਦੀ ਗੱਲ। ਠੀਕ ਹੈ। ਇਸ ਤਰ੍ਹਾਂ ਕਿਸੇ ਦੀ ਮੌਜ ਹੈ। ਠੀਕ ਹੋ ਗਿਆ। ਤੇ ਤੁਸੀਂ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਵੀ? ਅਸੀਂ ਸ਼ੁਰੂ ਤੋਂ ਇਹ ਕਰਦੇ
नस्लदार नस्ल माशाअल्लाह। तो कोई जानवर ज़ाया भी हो जाते हैं यानी कोई मर जाते हैं, वो की वजह होती है? बस जो नसीब च होए। ठीक है। तो गाइयां वास्ते सर्दी में भी कोई एहतियात होती है? हाँ, सर्दी में गाइयां वास्ते सर्दी च भी गर्मी च भी। गाइयां ज़्यादा सर्दी लगती है, गर्मी भी ज़्यादा लगती है। ठीक है। तो सर्दी में की एहतियात करते हो फिर? एहतियात है ये गर्म वंडा पाई का अंदर टाइम नाल बनी दी ने, थां सूखा कुछ होना चाहिए। ठीक है। तो आम रूटीन में जानवरों को कोई मिर्च मसाला देना चाहिए? हाँ, प्याज वगैरह मिर्चां ये वो बंदे वाले सिस्टम है ना, कदे चाह दे हड़ी कदे कावा दे हड़िया, तो फिर बंदा भी सैट रहता है। डंगरां दी भी इंजी जिंज सेवा बंदे की करी दी इंजी करो तो फिर ही बचते हैं। किन्ने दिन बाद सेवा करनी चाहिए इन्हां दी? सेवा तो रोज़ ही करनी चाहिए। वो तो आम रूटीन च पट्ठे पाते हो, हाँ जी। जो मिर्च मसाला वो 7-8 दिन बाद उन्होंने मिर्च मसाला देना चाहिए। अच्छा, हाँ, बाई बादी मर जाती है। ठीक हो गया। जो गां सून के करीब होंगी है उस तो पहले इन्हू कोई देसी घ्यो या तेल भी देंगे? हाँ बिल्कुल दिंदे आ। किहड़ी चीज़ देंगे हो? घ्यो भी देईदा, गर्मी होए तो मक्खन वगैरह, अच्छा सर्दी होए तो देसी घ्यो। जी आबद भाई, बहुत शुक्रिया जनाब, तुसी अपना कीमती वक्त दिता है, गाँव के मतलब अहम तो अच्छी मालूमात दी ने। बहुत शुक्रिया। अल्लाह हाफिज़।